ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਜਿਹੜਾ ਹੈ ਕਿ ਰੀਠ ਖੇੜੀ ਅਕਾਲ ਅਕੈਡਮੀ ਦੇ ਵਿੱਚ ਮੈਂ ਆਈ ਹਾਂ। ਆਪਾਂ ਨਾਰਮਲੀ ਸੁਣਦੇ ਹਾਂ ਕਿ ਲੋਕੀ ਪਿੰਡਾਂ ਤੋਂ ਸ਼ਹਿਰਾਂ ਦੇ ਵਿੱਚ ਜਾ ਕੇ ਐਜੂਕੇਸ਼ਨ ਲੈਣ ਜਾਂਦੇ ਹੈਗੇ ਨੇ, ਬਟ ਮੈਂ ਇਹ ਬੜਾ ਸੁਣਿਆ ਸੀ ਕਿ ਰੀਠ ਖੇੜੀ ਅਕੈਡਮੀ ਦੇ ਵਿੱਚ ਪਟਿਆਲੇ ਤੋਂ 550 ਬੱਚਾ ਜਿਹੜਾ ਵੇ ਕਿ ਪਿੰਡ ਦੀ ਅਕੈਡਮੀ ਦੇ ਵਿੱਚ ਐਜੂਕੇਸ਼ਨ ਲੈਣ ਆਉਂਦਾ ਵੇ। ਸੋ ਮੈਨੂੰ ਬੜਾ ਜ਼ਿਆਦਾ ਚਾਅ ਸੀਗਾ ਕਿ ਮੈਂ ਦੇਖਾਂ ਕਿ ਐਸੀ ਅਕੈਡਮੀ ਦੇ ਵਿੱਚ ਕੀ ਹੈਗਾ ਕਿ ਲੋਕੀ ਪਟਿਆਲਾ, ਜਿਹਨੂੰ ਆਪਾਂ ਐਜੂਕੇਸ਼ਨਲ ਹੱਬ ਕਹਿੰਦੇ ਆ, ਅਤੇ ਜਿਹਦੇ ਵਿੱਚ ਇੰਨੇ ਅੱਛੇ ਮੋਡਰਨਾਈਜ਼ ਸਕੂਲ CBSE ਬੋਰਡ ਦੇ ਹੈਗੇ ਨੇ, ਬਟ ਸਟਿਲ ਬੱਚੇ ਉੱਥੋਂ ਇੱਥੇ ਆ ਰਹੇ ਨੇ, ਅਤੇ ਉਹਦੇ ਵਿੱਚ ਕੀ ਐਸੀ ਖਾਸੀਅਤ ਹੈਗੀ ਹੈ। ਅਤੇ ਮੈਂ ਜਦੋਂ ਇਸ ਅਕੈਡਮੀ ਦੇ ਵਿੱਚ ਆਈ, ਸਭ ਤੋਂ ਪਹਿਲੀ ਚੀਜ਼ ਤੇ ਜਿਹੜੀ ਮੈਂ ਬਿਲਡਿੰਗ ਹੀ ਦੇਖੀ, ਉਹ ਬਿਲਡਿੰਗ ਕਿਸੇ ਵੀ ਸ਼ਹਿਰੀ ਸਕੂਲ ਨਾਲੋਂ ਘੱਟ ਨਹੀਂ ਸੀਗੀ। ਈਵਨ ਕਿ ਜਿਹੜੇ ਆਪਣੇ ਬਾਹਰ ਫੋਰਨ ਸਕੂਲਸ ਨੇ, ਉਹ ਸਕੂਲਾਂ ਦੀ ਬਿਲਡਿੰਗਾਂ ਵੀ ਜਿਹੜੀਆਂ ਛੋਟੀਆਂ ਪੈ ਰਹੀਆਂ ਨੇ ਇਸ ਅਕੈਡਮੀ ਦੇ ਅੱਗੇ। ਅਤੇ ਅਸੀਂ ਜਿਹੜਾ ਹੈ ਕਿ ਹੁਣ ਗੱਲ ਕਰਾਂਗੇ ਉਹਨਾਂ ਬੱਚਿਆਂ ਨਾਲ ਜਿਨ੍ਹਾਂ ਬੱਚਿਆਂ ਬਾਰੇ ਹਮੇਸ਼ਾ ਸਟੇਜ 'ਤੇ ਅਮਰੀਕਾ ਦੀਆਂ ਜ਼ਿਕਰ ਕੀਤਾ ਜਾਂਦਾ ਹੈ, ਜਸ ਪੰਜਾਬੀ, ਹੋਰ ਡਿਫਰੈਂਟ TVs 'ਤੇ ਜ਼ਿਕਰ ਕੀਤਾ ਜਾਂਦਾ ਹੈ ਕਿ ਅਸੀਂ ਮਾਤਾ ਭੋਲੀ ਸਕੀਮ ਇੱਕ ਚਲਾ ਰਹੇ ਹਾਂ, ਜਾਂ ਅਸੀਂ ਡੀ ਪ੍ਰੋਗਰਾਮ ਦੇ ਅੰਡਰ ਡਿਫਰੈਂਟ ਕੈਟਾਗਰੀਜ਼ ਦੇ ਜਿਹੜੇ ਕਿ ਨੀਡੀ ਜਾਂ ਕਹਿ ਸਕਦੇ ਹਾਂ ਬੱਚੇ ਜਾਂ ਡਿਸਐਡਵਾਂਟੇਜ ਫੈਮਲੀਜ਼ ਤੋਂ ਜਿਹੜੇ ਚੈਲੰਜਿਸ, ਜਿਹੜੇ ਕਿ ਉਹਨਾਂ ਦੇ ਬੱਚਿਆਂ ਨੂੰ ਅਸੀਂ ਐਜੂਕੇਸ਼ਨ ਕਲਗੀਧਰ ਟਰੱਸਟ ਦੇ ਰਹੀਏ, ਫਿਰ ਉਹਨਾਂ ਬੱਚਿਆਂ ਨੂੰ ਆਪ ਜੀ ਵੀ ਸਪੋਂਸਰ ਕਰਦੇ ਹੈਗੇ ਹੋ। ਸੋ ਉਹਨਾਂ ਵਿੱਚੋਂ ਕੁਝ ਬੱਚੇ ਜਿਹੜੇ ਨੇ ਕਿ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਨਾਲ ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ, ਅਤੇ ਜਿਨ੍ਹਾਂ ਨੂੰ ਤੁਸੀਂ ਵੀ ਆਲਰੇਡੀ ਸਪੋਂਸਰ ਉੱਥੋਂ ਕੀਤਾ ਹੋਇਆ ਕਿਸੇ ਨਾ ਕਿਸੇ ਡੋਨਰ ਨੇ, ਅਤੇ ਆਓ ਆਪ ਜੀ ਨੂੰ ਉਹਨਾਂ ਬੱਚਿਆਂ ਨਾਲ ਗੱਲਬਾਤ ਕਰਵਾਈਏ। Vaheguru Ji Ki Fateh. My name is Husanpreet Kaur. I read in class 5th C and I am in Matapoli scheme, and this school give us very good education, and the teachers of the schools are too much hard worker. They tell us how to write the words, and they explain us everything, and ਮੈਨੂੰ ਗਰਵ ਹੈ ਸਕੂਲ 'ਤੇ ਦੈਟ ਆਈ ਐਮ ਅ ਸਟੂਡੈਂਟ ਆਫ ਦਿਸ ਸਕੂਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਤੁਹਾਡੇ 'ਤੇ ਗਰਵ ਹੈਗਾ। ਸੋ ਤੁਸੀਂ ਅੱਛੀ ਐਜੂਕੇਸ਼ਨ ਲੈ ਕੇ ਜਿਹੜਾ ਆਪਣੇ ਮੰਮੀ ਪਾਪਾ ਦਾ ਨਾਮ ਰੋਸ਼ਨ ਕਰਨਾ ਹੈ, ਇਸ ਕੌਮ ਦਾ ਨਾਮ ਰੋਸ਼ਨ ਕਰਨਾ, ਰਾਈਟ। ਸਾਨੂੰ ਤੁਹਾਡੇ 'ਤੇ ਪ੍ਰਾਊਡ ਹੈ ਕਿ ਯੂ ਸਪੀਕ ਸੋ ਵੈਲ। ਤੁਹਾਡਾ ਕੀ ਨਾਮ ਹੈ ਬੇਟਾ ਜੀ? ਮਾਈ ਨੇਮ ਇਜ਼ ਪ੍ਰੀਤੀ। ਆਈ ਐਮ from 5th C class. I am in Matapoli scheme. Okay. Our principal ma'am always tell us good points in assembly. Firstly, our part nickname is there. Then we attend our assembly. After that, there is our study. Our teachers always explain us very carefully. They are very good hard worker. They tell us good points about our school. They tell us rules about the school. Their education is very good. In our school there are many activities, and I always participate in that activities. We all get medals on activities. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਕੀ ਨਾਮ ਹੈ ਬੇਟਾ ਜੀ? My name is Samanpreet Kaur and I read in 7th E class. I am going to tell you about my school. My school is very nice. Our day begins with art. Our school is not just saying that do study only. They are also saying us to play or do activities that are good for us. Our teachers are like our mothers here. It is like my house. I don't feel that I come to any school or any other. All the teachers are explaining very nicely which subject they teach. Every point is understand by me which they teach. Yes. So what do your papa do or your mother, like they are at home? They are not with me. They are not with you? What happened? They died. Both had died? Yes. And to whom you stay? Like a little bit Grandmother. Grandmother? No, with my mother's mother. Your mother's, so nanny. Yes. Be proud of you. So definitely you will be brighter student, and you will be a good human being.
So you are in a good hands. So you don't worry. Your mom, dad is a Kalgita Trust. Your principal, ma'am. Your teachers. I have my mothers and fathers. Yes, they are. Yes, they are. They are your mother and father. But you should feel proud to yourself also. Be confident. Yeah. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। My name is Jashandeep Singh. I am from 6th class. ਤੁਸੀਂ ਘਰ ਜਾ ਕੇ ਫਿਰ ਆਪਣੇ ਪੇਰੈਂਟਸ ਨੂੰ ਪਾਠ ਸੁਣਾਉਂਦੇ ਹੋ ਤੁਸੀਂ? Yes, my father is in a Gurdwara Sahib. ਗੁਰਦੁਆਰੇ ਵਿੱਚ ਹੁੰਦੇ ਤੁਹਾਡੇ ਫਾਦਰ? ਉਹ ਅੱਛਾ, ਗ੍ਰੰਥੀ ਸਿੰਘ ਹੈਗੇ ਤੁਹਾਡੇ ਫਾਦਰ ਜੀ? ਓਕੇ। ਤੇ ਤੁਸੀਂ ਫਿਰ ਉਹਨਾਂ ਨੂੰ ਜਾ ਕੇ ਉਹ ਬੜੇ ਖੁਸ਼ ਹੁੰਦੇ ਹੋਣਗੇ Yes. Yes. ਜਦੋਂ ਤੁਸੀਂ ਪਾਠ ਸੁਣਾਉਂਦੇ ਹੋਵੋਗੇ ਤੇ ਉਹ ਤੇ ਬੜੇ ਖੁਸ਼ ਹੁੰਦੇ ਹੋਣਗੇ, ਰਾਈਟ? ਤੇ ਉਹ ਪ੍ਰਾਊਡ ਵੀ ਫੀਲ ਕਰਦੇ ਹੋਣਗੇ ਤੁਹਾਡੇ ਉੱਤੇ? Yes. ਤੁਹਾਡਾ ਕੀ ਨਾਮ ਹੈ ਬੇਟਾ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। My name is Harmanpreet Singh. I am from 5th D class. So when you go home, then what you do? You sit with your parents and share the experience, like what did you do in the school? So how is the relationship with your parents? What your father do? My father is a Granthi. Your father is ਗ੍ਰੰਥੀ ਸਿੰਘ ਜੀ। ਗੁਰਦੁਆਰੇ ਦੇ ਜਿਹੜੇ ਭਾਈ ਜੀ ਹੁੰਦੇ ਨੇ ਉਹ ਹੈਗੇ ਨੇ। ਓਕੇ, ਵੈਰੀ ਨਾਈਸ। ਉਹ ਤੇ ਬੜੇ ਫਿਰ ਖੁਸ਼ ਹੁੰਦੇ ਹੋਣਗੇ ਹੈ ਜਦੋਂ ਪੁੱਤਰ ਜਾ ਕੇ ਘਰ ਪਾਠ ਸੁਣਾਉਂਦਾ ਹੋਏਗਾ ਹੈ, ਤੇ ਉਹ ਤੇ ਬੜਾ ਪ੍ਰਾਊਡ ਫੀਲ ਕਰਦੇ ਹੋਣਗੇ ਤੇਰੇ ਤੇ। I play tabla with my father also. Oh, you play tabla also with your father? Oh, ਇਹ ਤੇ ਬੜੀ ਵਧੀਆ ਗੱਲ। ਫਿਰ ਤੇ ਪਿਓ ਪੁੱਤ ਦੀ ਜੋੜੀ ਬਣ ਗਈ, ਰਾਈਟ? ਹੈ ਨਾ? ਇਹ ਤੇ ਬਹੁਤ ਅੱਛੀ ਗੱਲ ਹੈਗੀ ਹੈ। ਸੋ ਇਹ ਤੁਸੀਂ ਸਾਰੇ ਬਹੁਤ ਬਹੁਤ ਅੱਛਾ ਕਰ ਰਹੇ ਹੋ, ਬਹੁਤ ਅੱਛੇ ਸਕੂਲ 'ਚ ਤੁਸੀਂ ਪੜ੍ਹ ਰਹੇ ਹੋ। ਮੈਂ ਤੇ ਆ ਕੇ ਤੁਹਾਡਾ ਸਕੂਲ ਦੇਖਿਆ, ਇੰਨੀ ਸੋਹਣੀ ਬਿਲਡਿੰਗ, ਇੰਨੇ ਸੋਹਣੇ ਕਲਾਸਰੂਮ, ਲੈਬਸ। ਤੁਹਾਡੇ ਸਕੂਲ ਦੇ ਪ੍ਰਿੰਸੀਪਲ ਮੈਮ ਬਹੁਤ ਅੱਛੇ ਨੇ, ਸਾਰਾ ਸਟਾਫ ਮੈਂ ਦੇਖਿਆ। ਤੁਸੀਂ ਬੱਚੇ ਵੀ ਸਾਰੇ ਬਹੁਤ ਅੱਛੇ ਹੋ, ਕਿਊਟ ਜੇ ਹੈ। ਤੇ ਸੋ ਉਹ ਤੇ ਮੈਨੂੰ ਬਹੁਤ ਪਿਆਰੀ ਜੀ ਹੈ ਨਾ, ਹੱਸਦੀ ਪਈ ਕੋਲ ਖੜੇ ਹੋ ਕੇ। ਸੋ ਸਾਰੇ ਤੁਸੀਂ ਤੇ ਬਹੁਤ ਅੱਛਾ ਕਰ ਰਹੇ ਹੋ। ਤੇ ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖਣ। ਤੁਸੀਂ ਖੂਬ ਮਿਹਨਤ ਕਰੋ ਸਾਰੇ, ਤੇ ਆਪਣੇ ਮੰਮੀ ਪਾਪਾ ਦਾ ਨਾਮ ਰੋਸ਼ਨ ਕਰਨਾ ਹੈ ਨਾ, ਆਪਣੇ ਸਕੂਲ ਦਾ ਨਾਮ ਰੋਸ਼ਨ ਕਰਨਾ ਹੈ, ਆਪਣਾ ਨਾਮ ਤੁਸੀਂ ਰੋਸ਼ਨ ਕਰਨਾ, ਰਾਈਟ? ਤੇ ਜਿੰਨਾ ਵੱਧ ਤੋਂ ਵੱਧ ਮਨ ਲਗਾ ਕੇ, ਤੁਹਾਡੇ ਸਕੂਲ ਦੇ ਸਾਰੇ ਬੱਚੇ ਟੌਪਰਸ ਆਏ ਨੇ, ਰਾਈਟ, ਡਿਸਟ੍ਰਿਕਟ ਲੈਵਲ ਦੇ ਉੱਤੇ। ਤੇ ਇਸ ਕਰਕੇ ਸਪੈਸ਼ਲ ਮੈਂ ਇੰਡੀਆ ਆਈ ਤੇ ਮੈਂ ਕਿਹਾ ਕਿ ਇਹ ਅਕੈਡਮੀ ਵਿੱਚ ਤੇ ਜ਼ਰੂਰ ਹੋ ਕੇ ਜਾਣਾ ਹੈ, ਬੱਚਿਆਂ ਨੂੰ ਮਿਲਣਾ ਹੈਗਾ ਵੇ, ਦੇਖਣਾ ਹੈ। ਬਹੁਤ ਅੱਛਾ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਲੱਗਿਆ ਹੈਗਾ ਵੇ। ਤੇ ਮੈਂ ਸਾਰੀਆਂ ਸੰਗਤਾਂ ਨੂੰ ਦੱਸਾਂਗੀ, ਤੁਸੀਂ ਆਪ ਹੀ ਇਹਨਾਂ ਬੱਚਿਆਂ ਨੂੰ, ਨੰਨੇ ਮੁੰਨੇ ਬੱਚਿਆਂ ਨੂੰ ਦੇਖਿਆ ਹੈਗਾ ਵੇ। ਸੋ ਗ੍ਰੰਥੀ ਪਰਿਵਾਰਾਂ ਤੋਂ ਇਹ ਬੱਚੇ ਜਿਹੜੇ ਐਜੂਕੇਸ਼ਨ ਲੈ ਰਹੇ ਨੇ, ਕਿਸੇ ਦੇ ਪਿਤਾ ਨਹੀਂ ਹੈਗੇ, ਕਿਸੇ ਦੇ ਮਾਤਾ ਪਿਤਾ ਦੋਨੋਂ ਨਹੀਂ ਹੈਗੇ। ਤੇ ਜਿਸ ਤਰ੍ਹਾਂ ਕਿ ਧੰਨ ਬਾਬਾ ਜੀ ਦੀ ਕਮਾਈ ਹੈ, ਧੰਨ ਬਾਬਾ ਜੀ ਦੀ ਸਿੱਖੀ ਹੈ, ਇਸ ਕੌਮ ਨੂੰ ਜਿਹੜੀ ਬਾਬਾ ਇਕਬਾਲ ਸਿੰਘ ਜੀ ਦੀ ਦੇਣ ਹੈ, ਉਹ ਇਹ ਵਿਜ਼ਨ ਕਿਸੇ ਦੀ ਹੋ ਹੀ ਨਹੀਂ ਸਕਦੀ ਸੀ ਕਿ ਨਹੀਂ ਤਾਂ ਕਿੰਨਾ ਨੇ ਇਹਨਾਂ ਨੰਨੇ ਮੁੰਨੇ ਬੱਚਿਆਂ ਦਾ ਖਿਆਲ ਰੱਖਣਾ ਸੀਗਾ ਕਿ ਕਿਸ ਦਾ ਪਿਤਾ ਨਹੀਂ, ਕਿਸ ਦਾ ਮਾਤਾ ਨਹੀਂ, ਕਿੰਨੇ ਇਹਨਾਂ ਬੱਚਿਆਂ ਨੂੰ ਸਾਂਭਣਾ ਸੀ। ਇਹ ਸਾਰਾ ਜਿਹੜਾ ਸਿਹਰਾ ਹੈਗਾ ਸਾਧ ਸੰਗਤ ਜੀ ਆਪ ਜੀ ਦੇ ਸਿਰ ਦੇ ਉੱਤੇ ਜਾਂਦਾ ਹੈ। ਬਾਬਾ ਜੀ ਦਾ ਖਾਬ ਸੀ ਕਿ ਜਿਹੜੇ ਬੱਚੇ ਨੇ ਸਿੱਖਣੀ ਮਾਂ ਦਾ ਦੁੱਧ ਪੀਤਾ ਹੈ, ਤੇ ਜਿਹੜੇ ਬੱਚੇ ਦੇ ਅੰਦਰ ਇੱਕ ਸਿੱਖ ਵੀਰ ਦਾ ਖੂਨ ਹੈਗਾ ਵੇ, ਉਹ ਬੱਚਾ ਅਨਐਜੂਕੇਟਿਡ ਨਹੀਂ ਰਹਿਣਾ ਚਾਹੀਦਾ। ਭਾਵੇਂ ਉਹ ਅਫੋਰਡ ਕਰ ਸਕੇ, ਭਾਵੇਂ ਅਫੋਰਡ ਨਾ ਕਰ ਸਕੇ, ਜਿਹੜਾ ਨਾ ਕਰ ਸਕੇ ਉਹਨੂੰ ਵੀ ਪੜ੍ਹਾਵਾਂਗੇ। ਤੇ ਉਹੀ ਉਪਰਾਲਾ ਜਿਹੜਾ ਹੈ ਕਿ ਅਸੀਂ ਹੁਣ ਜਿਹੜੇ ਕਿ ਇਸ ਸਕੂਲ ਦੇ ਜਿਹੜੇ ਪੂਜਨਯੋਗ ਪ੍ਰਿੰਸੀਪਲ ਮੈਮ ਨੇ, ਜਿਵੇਂ ਬੱਚੇ ਕਹਿ ਰਹੇ ਸੀ ਸਾਡੀ ਮਾਂ ਹੈਗੀ ਹੈ, ਸੋ ਉਹ ਜਿਹੜੀ ਸਾਰਿਆਂ ਬੱਚਿਆਂ ਦੀ ਮਦਰ ਹੈਗੀ ਹੈ, ਜਿਹੜੇ ਪ੍ਰਿੰਸੀਪਲ ਮੈਮ, ਆਪਾਂ ਉਹਨਾਂ ਨਾਲ ਜਿਹੜਾ ਹੈ ਕਿ ਗੱਲਬਾਤ ਕਰਾਂਗੇ, ਉਹਨਾਂ ਦੇ ਰੂਮ ਦੇ ਵਿੱਚ ਜਾਵਾਂਗੇ ਤੇ ਉਹਨਾਂ ਕੋਲੋਂ ਹੋਰ ਪੁੱਛਾਂਗੇ ਕਿ ਉਹਨਾਂ ਦੀਆਂ ਕੀ ਜਿਹੜੀਆਂ ਕਿ ਉਪਲਬਧੀਆਂ, ਜੋ ਅਚੀਵਮੈਂਟਸ ਉਹਨਾਂ ਦੀਆਂ, ਜਿੰਨਾ ਕੰਮ ਉਹ ਕਰ ਚੁੱਕੇ ਨੇ, ਜਿੰਨਾ ਕੰਮ ਉਹ ਕਰ ਰਹੇ ਨੇ, ਤੇ ਆਪਾਂ ਉਹਦੇ ਬਾਰੇ ਗੱਲ ਕਰਾਂਗੇ। ਤੇ ਆਓ ਆਪ ਜੀ ਨੂੰ ਪ੍ਰਿੰਸੀਪਲ ਮੈਮ ਦੇ ਨਾਲ ਜਿਹੜਾ ਹੈ ਕਿ ਮਿਲਾਈਏ। ਸਾਧ ਸੰਗਤ ਜੀ, ਹੁਣ ਅਸੀਂ ਜਿਹੜੀ ਹੈ ਕਿ ਗੱਲਬਾਤ ਕਰਾਂਗੇ ਪ੍ਰਿੰਸੀਪਲ ਮੈਮ ਦੇ ਨਾਲ, ਜਿਹੜੇ ਕਿ ਅਕਾਲ ਅਕੈਡਮੀ ਰੀਡ ਖੇੜੀ ਦੇ ਪਿਛਲੇ 14 ਸਾਲ ਤੋਂ ਇੱਥੇ ਪ੍ਰਿੰਸੀਪਲ ਦੇ ਅਹੁਦੇ ਨੂੰ ਨਿਭਾ ਰਹੇ ਨੇ, ਤੇ ਜਿਹੜਾ ਕਿ ਇੰਨੇ ਸਾਰੇ ਬੱਚਿਆਂ ਨੂੰ ਉੱਚ ਕੋਟੀ ਦੀ ਸਿੱਖਿਆ ਦੇ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਤੁਸੀਂ ਆਪਣਾ ਐਕਸਪੀਰੀਅੰਸ ਦੱਸੋ। ਐਕਚੁਅਲੀ ਅਸੀਂ ਕਾਫੀ ਕੁਝ ਦੇਖਿਆ ਕਿ ਸਪੀਚਲੈਸ ਹੈਗੀਆਂ ਕਿ ਬਟ ਤੁਹਾਨੂੰ ਕੀ ਲੱਗਦਾ ਹੈ ਕਿ ਲਾਈਕ ਇੰਨਾ ਕੁਝ ਬਣਿਆ? ਆਫਕੋਰਸ ਸਟਰਗਲ ਤਾਂ ਬਹੁਤ ਰਿਹਾ ਹੋਣਾ,
ਤੇ ਤੁਹਾਡੀਆਂ ਹੁਣ ਤੱਕ ਦੀਆਂ ਕਿਹੜੀਆਂ ਉਪਲਬਧੀਆਂ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਚੈਲੰਜਸ ਵੀ ਕਿਸ ਤਰ੍ਹਾਂ ਦੇ ਆ ਰਹੇ ਨੇ ਜਾਂ ਸਟਿਲ ਆਏ ਹਨਾ? ਮੈਂ ਜੀ ਅਕਾਲ ਅਕੈਡਮੀ ਰੀਠ ਖੇੜੀ ਵਿੱਚ 13-14 ਸਾਲਾਂ ਤੋਂ ਐਜ਼ ਏ ਪ੍ਰਿੰਸੀਪਲ ਕੰਮ ਕਰ ਰਹੀ ਹਾਂ। ਇਹ ਅਕੈਡਮੀ 1997 ਵਿੱਚ ਸੰਤ ਬਾਬਾ ਇਕਬਾਲ ਸਿੰਘ ਜੀ ਨੇ 35 ਬੱਚਿਆਂ ਦੇ ਨਾਲ ਸ਼ੁਰੂ ਕੀਤੀ ਸੀ, ਜਿਹੜੀ ਕਿ ਅੱਜ ਵੱਧ ਫੁੱਲ ਕੇ 2000 ਬੱਚਿਆਂ ਨੂੰ ਲਗਭਗ 200 ਪਿੰਡਾਂ ਤੋਂ ਜਿਹੜੇ ਬੱਚੇ ਆ ਰਹੇ ਨੇ ਉਹਨਾਂ ਨੂੰ ਮਿਆਰੀ ਵਿੱਦਿਆ ਦੇ ਕੇ ਉਹਨਾਂ ਦਾ ਜੀਵਨ ਹੈ ਜਿਹੜਾ ਉਹ ਸੁਧਾਰ ਰਹੀ ਹੈ। ਇਸ ਅਕੈਡਮੀ ਵਿੱਚ ਲਗਭਗ 2000 ਬੱਚੇ ਪੜ੍ਹ ਰਹੇ ਹਨ ਅਤੇ ਸਾਰੇ ਹੀ ਬੱਚੇ ਗੁਰਸਿੱਖੀ ਵਾਲਾ ਜੀਵਨ ਬਤੀਤ ਕਰਦੇ ਹਨ। ਅਕੈਡਮੀਆਂ ਦੀ ਜੇ ਮੈਂ ਗੱਲ ਕਰਾਂ ਤਾਂ ਮੈਂ ਇਹਨਾਂ ਨੂੰ ਇੱਕ ਯੂਨੀਕ ਸਕੂਲ ਸੀ ਕਹਾਂਗੀ। ਇਹਨਾਂ ਦੀ ਯੂਨੀਕਨੈਸ ਇਸ ਲਈ ਲੱਗਦੀ ਹੈ ਕਿ ਪਹਿਲਾ ਕਾਰਨ ਜੋ ਹੈ ਉਹ ਹੈ ਕਿ ਸਾਰੇ ਬੱਚੇ ਆਪਣਾ ਜੋ ਦਿਨ ਹੈ ਉਹ ਨਿਤਨੇਮ ਦੀ ਬਾਣੀ ਪੜ੍ਹ ਕੇ ਸ਼ੁਰੂ ਕਰਦੇ ਹਨ। ਦੂਸਰਾ ਮੈਂ ਕਹਾਂਗੀ ਕਿ ਆਮ ਸਕੂਲਾਂ ਦੇ ਵਿੱਚ ਜਿੰਨੇ ਵੀ ਬੱਚੇ ਹੁੰਦੇ ਹਨ ਨਰਸਰੀ KG ਤੋਂ ਹੀ ਟਿਊਸ਼ਨਾਂ ਸ਼ੁਰੂ ਕਰ ਦਿੰਦੇ ਹਨ ਅਤੇ ਮੈਂ ਇਹ ਗੱਲ ਦੱਸਦਿਆਂ ਬੜਾ ਮਾਣ ਮਹਿਸੂਸ ਕਰਦੀ ਹਾਂ ਕਿ ਅਕਾਲ ਅਕੈਡਮੀਆਂ ਵਿੱਚ ਬਿਲਕੁਲ ਹੀ ਜਿਹੜਾ ਟਿਊਸ਼ਨ ਦਾ ਟ੍ਰੈਂਡ ਨਹੀਂ ਹੈ। ਸਾਡੇ ਬੱਚੇ ਨਰਸਰੀ ਤੋਂ +2 ਤੱਕ ਬਿਨਾਂ ਟਿਊਸ਼ਨ ਦੇ ਪੜ੍ਹਦੇ ਹਨ ਅਤੇ ਜਿੱਥੋਂ ਤੱਕ ਅਕਾਲ ਅਕੈਡਮੀ ਰੀਠ ਖੇੜੀ ਦਾ ਸੰਬੰਧ ਹੈ, I feel immense proud to tell that for the last 5 years consecutively we are producing a topper of Patiala district। ਜਿੱਥੋਂ ਤੱਕ ਐਜੂਕੇਸ਼ਨ ਦਾ ਸੰਬੰਧ ਹੈ, ਸਾਰੇ ਅਧਿਆਪਕ ਬੱਚਿਆਂ ਨਾਲ ਬਹੁਤ ਮਿਹਨਤ ਕਰਦੇ ਹਨ, ਪੇਰੈਂਟਸ ਬੜੇ ਖੁਸ਼ ਹਨ ਅਤੇ ਇੱਥੋਂ ਤੱਕ ਕਿ ਪਟਿਆਲਾ ਡਿਸਟ੍ਰਿਕਟ ਜਿਹੜਾ ਕਿ ਐਜੂਕੇਸ਼ਨ ਦਾ ਹੱਬ ਮੰਨਿਆ ਜਾਂਦਾ ਹੈ, 500 ਬੱਚਾ ਪਟਿਆਲਾ ਸ਼ਹਿਰ ਤੋਂ ਵੀ ਸਾਡੇ ਕੋਲੇ 10-12 ਕਿਲੋਮੀਟਰ ਟਰੈਵਲ ਕਰਕੇ ਸਾਡੇ ਕੋਲ ਆ ਰਿਹਾ ਹੈ। ਜਿੱਥੋਂ ਤੱਕ ਤੁਸੀਂ ਚੈਲੰਜਸ ਦੀ ਗੱਲ ਕੀਤੀ ਹੈ, ਬਹੁਤ ਚੈਲੰਜਸ ਆਉਂਦੇ ਹਨ, ਜਿਵੇਂ ਕਿ ਕੁਝ ਪੇਰੈਂਟਸ ਸਾਡੇ ਅਜਿਹੇ ਹੁੰਦੇ ਹਨ ਜਿਹੜੇ ਕਿ ਸਮੇਂ ਸਿਰ ਸਾਨੂੰ ਫੀਸ ਨਹੀਂ ਦਿੰਦੇ। ਇੱਥੋਂ ਤੱਕ ਕਿ ਕੁਝ ਕੁ ਪੇਰੈਂਟਸ ਅਜਿਹੇ ਵੀ ਹੁੰਦੇ ਹਨ ਜਿਹੜੇ ਸਾਰਾ ਸਾਲ ਬੱਚਿਆਂ ਨੂੰ ਵੈਨਾਂ 'ਤੇ ਭੇਜਦੇ ਹਨ, ਸਾਰਾ ਸਾਲ ਉਹਨਾਂ ਦੇ ਬੱਚੇ ਸਕੂਲ ਵਿੱਚ ਪੜ੍ਹਦੇ ਹਨ ਅਤੇ ਉਹ ਸਾਨੂੰ ਫੀਸ ਦੇਣ ਤੋਂ ਅਸਮਰਥਾ ਪ੍ਰਗਟਾਉਂਦੇ ਹੋਏ ਸਾਰਾ ਸਾਲ ਇਸੇ ਤਰ੍ਹਾਂ ਕੱਢ ਦਿੰਦੇ ਹਨ ਅਤੇ ਐਟ ਦਾ ਐਂਡ ਆਫ ਦਾ ਸੈਸ਼ਨ ਉਹ ਸਾਨੂੰ ਕੁਝ ਇੰਸਟਾਲਮੈਂਟਸ ਦੇ ਵਿੱਚ ਮਹੀਨੇ ਬਾਅਦ ਫੀਸ ਦਿੰਦੇ ਹਨ। ਅਕੈਡਮੀ ਦੇ ਵੀ ਆਪਣੇ ਕੁਝ ਐਕਸਪੈਂਸਿਸ ਹੁੰਦੇ ਹਨ, ਜਿਵੇਂ ਕਿ ਅਸੀਂ ਟੀਚਰਸ ਨੂੰ ਟਾਈਮ ਸਿਰ ਸੈਲਰੀ ਦੇਣੀ ਹੁੰਦੀ ਹੈ, ਬਿਜਲੀ ਦੇ ਬਿੱਲ ਭਰਨੇ ਹੁੰਦੇ ਹੈ, ਬਿਲਡਿੰਗ ਦੀ ਮੇਨਟੇਨੈਂਸ ਦੇ ਬਿਲਸ ਪੇ ਕਰਨੇ ਹੁੰਦੇ ਆ ਅਤੇ ਹੋਰ ਕਈ ਤਰ੍ਹਾਂ ਦੇ ਐਕਸਪੈਂਸਿਸ ਸਕੂਲ ਦੇ ਹੁੰਦੇ ਹਨ। ਅਤੇ ਜਿਸ ਤਰ੍ਹਾਂ ਕਿ ਸਾਨੂੰ ਪੇਰੈਂਟਸ ਟਾਈਮ ਸਿਰ ਫੀਸ ਵਗੈਰਾ ਨਹੀਂ ਦਿੰਦੇ, ਜਿਸ ਕਰਕੇ ਸਾਨੂੰ ਫਾਈਨੈਂਸ਼ੀਅਲ ਪ੍ਰੋਬਲਮਸ ਹੈ ਜਿਹੜੀਆਂ ਉਹ ਆਉਂਦੀਆਂ ਰਹਿੰਦੀਆਂ ਹਨ। ਅੱਛਾ ਲੱਗਿਆ, ਲਾਈਕ ਬੱਚਿਆਂ ਨਾਲ ਵੀ ਗੱਲ ਕੀਤੀ, ਤੁਹਾਡੇ ਨਾਲ ਵੀ ਗੱਲ ਕੀਤੀ ਕਿ ਵਾਕਈ ਕਿ ਗੱਲਾਂ ਕਰਨੀਆਂ ਤਾਂ ਬਹੁਤ ਸੌਖੀਆਂ ਹੁੰਦੀਆਂ ਨੇ, ਜੱਜ ਵੀ ਆਪਾਂ ਬਹੁਤ ਜ਼ਿਆਦਾ ਹੀ ਕਰਦੇ ਹਾਂ ਇੱਕ ਦੂਜੇ ਨੂੰ, ਹੈ ਨਾ। ਬਟ ਇਹ ਕਿ ਸਿਸਟਮ ਦੇ ਵਿੱਚ ਰਹਿ ਕੇ, ਸਿਸਟਮ ਦੇ ਵਿੱਚ ਵਿਚਰਨਾ, ਸਪੈਸ਼ਲੀ ਇੰਡੀਆ ਵਰਗੀ ਕੰਟਰੀ ਦੇ ਸਿਸਟਮ ਦੇ ਵਿੱਚ ਰਹਿ ਕੇ, ਇਟ ਇਜ਼ ਰੀਅਲੀ ਹਾਰਡ। ਜਿਵੇਂ ਨੋਰਮਲੀ ਸਾਨੂੰ ਕਹਿ ਦਿੰਦੇ ਨੇ ਕਿ ਫੀਸਾਂ 'ਤੇ ਲੈਣ ਦੀ ਕੋਈ ਲੋੜ ਨਹੀਂ ਹੈਗੀ, ਅਸੀਂ ਵੀ USA ਜਾਂਦੇ ਹਾਂ, ਬਾਬੇ ਡੋਨੇਸ਼ਨਾਂ ਲੈ ਕੇ ਜਾਂਦੇ ਨੇ, ਬਟ ਉਹੀ ਐਂਡ ਆਫ ਦਾ ਡੇ ਗੱਲ ਆ ਜਾਂਦੀ ਹੈ ਕਿ ਡੋਨੇਸ਼ਨਸ ਜਿਹੜੀ ਹੈ ਕਿ ਬਿਲਡਿੰਗ ਦੀ ਕੰਸਟਰਕਸ਼ਨ ਵਾਸਤੇ ਹੁੰਦੀ ਹੈ, ਬਟ ਅਗਰ ਸਕੂਲ ਨੂੰ ਚਲਾਉਣਾ ਹੈ, ਸੈਲਫ ਸਸਟੇਨ ਕਰਨਾ ਹੈ ਤਾਂ ਆਪਾਂ ਨੂੰ ਫੀਸਾਂ ਲੈਣੀਆਂ ਪੈਂਦੀਆਂ ਹੈ ਨਾ। ਦੂਸਰਾ ਚੈਲੰਜ ਜਿਹੜਾ ਅਸੀਂ ਫੇਸ ਕਰਦੇ ਹਾਂ ਉਹ ਇਹ ਹੈ ਕਿ ਪੇਰੈਂਟ ਜ਼ਿਆਦਾ ਮੈਜੋਰਟੀ ਜਿਹੜੇ ਬੱਚੇ ਆ ਸਾਡੇ ਕੋਲੇ ਉਹ ਰੂਰਲ ਬੈਕਗਰਾਊਂਡ ਦੇ ਨੇ ਅਤੇ ਉਹਨਾਂ ਦੇ ਪੇਰੈਂਟਸ ਮੋਸਟਲੀ ਇਲੀਟਰੇਟ ਹੁੰਦੇ ਹਨ ਅਤੇ ਸਾਨੂੰ ਲਾਈਕ ਬੱਚਿਆਂ ਦੀ ਸਟੱਡੀ ਦੇ ਵਿੱਚ ਪੇਰੈਂਟਸ ਦੀ ਕੋਈ ਹੈਲਪ ਨਹੀਂ ਮਿਲਦੀ। ਬਟ ਫਿਰ ਵੀ ਮੈਂ ਬਹੁਤ ਖੁਸ਼ ਹਾਂ ਕਿ ਅਜਿਹੀ ਬੈਕਗਰਾਊਂਡ ਤੋਂ ਆ ਕੇ ਵੀ ਅਧਿਆਪਕ ਬੱਚਿਆਂ ਦੇ ਨਾਲ ਖੂਬ ਮਿਹਨਤ ਕਰਦੇ ਹਨ ਅਤੇ ਬੱਚੇ ਵੀ ਮਿਹਨਤ ਕਰਦੇ ਹਨ। ਬੱਚਿਆਂ ਵਿੱਚ ਵੀ ਇੱਕ ਡਿਜ਼ਾਇਰ ਹੁੰਦਾ ਹੈ ਕਿ ਅਸੀਂ ਜ਼ਿੰਦਗੀ ਵਿੱਚ ਕੁਝ ਬਣਨਾ ਹੈ ਅਤੇ ਮੈਨੂੰ ਇਹ ਦੱਸਦਿਆਂ ਹੋਰ ਵੀ ਮਾਣ ਮਹਿਸੂਸ ਹੁੰਦਾ ਹੈ ਕਿ ਅਕਾਲ ਅਕੈਡਮੀ ਰੀਠ ਖੇੜੀ ਹਰ ਸਾਲ ਪਿਛਲੇ 10 ਸਾਲਾਂ ਤੋਂ ਹਰ ਸਾਲ ਆਪਣੇ ਦੇਸ਼ ਨੂੰ 2-3 ਡਾਕਟਰਸ ਦੇ ਰਹੀ ਹੈ ਅਤੇ ਨੰਬਰ ਆਫ ਇੰਜੀਨੀਅਰਸ ਐਵਰੀ ਈਅਰ ਅਕਾਲ ਅਕੈਡਮੀ ਰੀਠ ਖੇੜੀ ਇਜ਼ ਪ੍ਰੋਡਿਊਸਿੰਗ ਟੂ ਸਰਵ ਦਾ ਕੰਟਰੀ। ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੇ ਹਾਂ ਕਲਗੀਧਰ ਟਰੱਸਟ ਦੀ ਦੇਣ ਨੂੰ ਕਿ ਜਿਹੜੇ ਕੰਮ ਲਾਈਕ ਸਰਕਾਰਾਂ ਨੂੰ ਕਰਨੇ ਚਾਹੀਦੇ ਸੀ, ਅੱਜ ਉਹ ਕੰਮ ਜਿਹੜਾ ਕਿ ਕਲਗੀਧਰ ਟਰੱਸਟ ਕਰ ਰਹੀ ਹੈਗੀ ਹੈ।
ਕਿ ਜਿਹੜੇ ਨਹੀਂ ਅਫੋਰਡ ਕਰ ਸਕਦੇ ਅਸੀਂ ਉਹਨਾਂ ਬੱਚਿਆਂ ਨਾਲ ਵੀ ਗੱਲਬਾਤ ਕੀਤੀ, ਉਹਨਾਂ ਬੱਚਿਆਂ ਦੇ ਵੀ ਆਪ ਜੀ ਨੂੰ ਦਰਸ਼ਨ ਕਰਾਏ। ਜਿਹੜੇ ਅਫੋਰਡ ਕਰ ਸਕਦੇ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ। ਤੇ ਬਾਕੀ ਮੈਂ ਸਾਰੇ ਡੋਨਰਸ ਨੂੰ ਵੀ ਇਹੋ ਕਹਿਣਾ ਚਾਹਾਂਗੀ ਕਿ ਆਪਾਂ ਚੰਗਾ ਵੀ ਦੇਖੀਏ, ਆਪਾਂ ਚੈਲੰਜਸ ਨੂੰ ਵੀ ਦੇਖੀਏ ਤੇ ਆਪਾਂ ਵੱਧ ਤੋਂ ਵੱਧ ਐਪਰੀਸ਼ੀਏਟ ਕਰੀਏ, ਤਾਂ ਕਿ ਜਿਹੜਾ ਹੈ ਕਿ 80 ਸਾਲ ਬਾਅਦ ਜਾ ਕੇ ਜਿਹੜਾ ਹੈ ਕਿ ਪੰਜਾਬ ਦੇ ਵਿੱਚ ਇੱਕੋ ਆਰਗੇਨਾਈਜੇਸ਼ਨ ਜਿਹੜੀ ਦੁਬਾਰਾ ਉੱਠੀ ਹੈ, ਜਿਹੜਾ ਹੈ ਕਿ ਇਹਨੇ ਫਾਈਨੈਂਸ਼ੀਅਲ ਚੈਲੰਜਸ ਨੂੰ ਲੈ ਕੇ ਹੁਣ ਅੱਜ ਕੰਮ ਕਰ ਰਹੀ ਹੈ। ਭੈਣ ਜੀ, ਮੈਂ ਹੋਰ ਪੁੱਛਣਾ ਚਾਹਾਂਗੀ ਤੁਹਾਨੂੰ ਕਿ ਆਪਾਂ ਹੋਰ ਕਿਹੜੀਆਂ ਫੈਸਿਲਿਟੀਜ਼ ਜਿਹੜੀਆਂ ਅਵੇਲੇਬਲ ਹੈਗੀਆਂ ਆਪਣੇ ਅਕਾਲ ਅਕੈਡਮੀ ਦੇ ਵਿੱਚ? ਦੇਖੋ ਜੀ, ਇਹ ਸਾਰੀਆਂ ਅਕਾਲ ਅਕੈਡਮੀਜ਼ ਹੈ ਜਿਹੜੀਆਂ ਇਹ ਬਾਬਾ ਜੀ ਨੇ ਪਿੰਡਾਂ ਦੇ ਬੱਚਿਆਂ ਦੀ ਸਹੂਲਤ ਲਈ ਪਿੰਡਾਂ ਵਿੱਚ ਹੀ ਸ਼ੁਰੂ ਕੀਤੀਆਂ ਹੋਈਆਂ। ਇਸ ਦਾ ਮਤਲਬ ਇਹ ਨਹੀਂ ਕਿ ਜੇ ਇਹ ਸਕੂਲ ਪਿੰਡਾਂ ਵਿੱਚ ਹਨ ਤਾਂ ਇੱਥੇ ਸਹੂਲਤਾਂ ਨਹੀਂ। ਹਰ ਅਕੈਡਮੀ ਦੇ ਵਿੱਚ ਉਹੀ ਸਹੂਲਤਾਂ ਮੁਹੱਈਆ ਕਰਾਈਆਂ ਗਈਆਂ ਜਿਹੜੀਆਂ ਕਿ ਆਮ ਪਬਲਿਕ ਜਾਂ ਕਨਵੈਂਟ ਸਕੂਲ ਵਿੱਚ ਹੁੰਦੀਆਂ ਹਨ। ਸਾਡੇ ਕੋਲੇ ਵੈਲ ਇਕੁਇਪਡ ਲੈਬਸ ਹੈਗੀਆਂ, ਕੰਪਿਊਟਰ ਲੈਬਸ ਹੈਗੀਆਂ, ਈਵਨ ਕਿ ਲੈਂਗੁਏਜ ਲੈਬ ਵੀ ਹੈ ਜਿੱਥੇ ਕਿ ਬੱਚਿਆਂ ਨੂੰ ਸਪੋਕਨ ਇੰਗਲਿਸ਼ ਦੀ ਪ੍ਰੈਕਟਿਸ ਜਿਹੜੀ ਹੈ ਉਹ ਕਰਵਾਈ ਜਾਂਦੀ ਹੈ ਤਾਂ ਕਿ ਬੱਚਿਆਂ ਦੀ ਜਿਹੜੀ ਸਪੀਕਿੰਗ ਹੈ ਜਿਹੜੀ ਉਹ ਇੰਪਰੂਵ ਹੋਵੇ। ਇਸ ਤੋਂ ਇਲਾਵਾ ਅਕੈਡਮੀ ਦੇ ਵਿੱਚ ਇੱਕ ਪਾਵਰਫੁਲ ਜਨਰੇਟਰ ਹੈ ਜਿਹਦੀ ਕਿ 24 ਆਵਰਸ ਬੈਕਅਪ ਸਾਡੇ ਕੋਲੇ ਹੈ ਪਾਵਰ ਦਾ। ਐਂਡ ਇਸ ਤੋਂ ਇਲਾਵਾ ਸਾਡੇ ਕੋਲੇ ਸੋਲਰ ਪੈਨਲ ਵੀ ਹੈ ਜਿਹੜਾ ਕਿ ਕਾਫੀ ਰਕਮ ਖਰਚ ਕਰਕੇ ਟਰਸਟ ਨੇ ਇਸ ਅਕੈਡਮੀ ਨੂੰ ਮੁਹੱਈਆ ਕਰਾਇਆ ਤੇ ਇੱਥੇ ਜਿਹੜੀ ਇਲੈਕਟ੍ਰੀਸਿਟੀ ਦੀ ਸਪਲਾਈ ਹੈ ਉਹ 24 ਆਵਰਸ ਹੈ ਜਿਹੜੀ ਅਵੇਲੇਬਲ ਹੈ ਜੀ। ਤੇ ਭੈਣ ਜੀ, ਤੁਸੀਂ ਉਹਨੇ ਕਿਹਾ ਕਿ ਇੰਗਲਿਸ਼ ਲੈਬਸ ਨੇ, ਉੱਥੋਂ ਮੈਨੂੰ ਇੱਕ ਕੁਐਸਚਨ ਪਤਾ ਨਹੀਂ ਯਾਦ ਆ ਗਿਆ ਕਿ ਨਾਰਮਲੀ ਸਾਨੂੰ ਜਿਵੇਂ ਕਈ ਵਾਰੀ ਨਾ ਸੰਗਤ ਵਿੱਚੋਂ ਕੋਈ ਨਾ ਕੋਈ ਉੱਠ ਕੇ ਕਹਿ ਦਿੰਦਾ ਹੈ ਕਿ ਆਪਣੀਆਂ ਅਕੈਡਮੀਆਂ ਦੇ ਵਿੱਚ ਪੰਜਾਬੀ ਨਹੀਂ ਬੋਲਣ ਦਿੱਤੀ ਜਾਂਦੀ, ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿੱਥੋਂ ਤੱਕ ਪੰਜਾਬੀ ਬੋਲਣ ਦਾ ਸਵਾਲ ਹੈ, ਇਸ ਚੀਜ਼ ਲਈ ਮਨ੍ਹਾ ਨਹੀਂ ਕੀਤਾ ਜਾਂਦਾ ਤੇ ਬੱਚਿਆਂ ਨੂੰ ਇੰਗਲਿਸ਼ ਬੋਲਣ ਲਈ ਮੋਟੀਵੇਟ ਜ਼ਰੂਰ ਕੀਤਾ ਜਾਂਦਾ ਹੈ ਕਿਉਂਕਿ ਪੰਜਾਬੀ ਉਹਨਾਂ ਦੀ ਮਾਂ ਬੋਲੀ ਹੈ। ਉਹਨਾਂ ਨੂੰ ਉਹਦੀ ਮੁਹਾਰਤ ਹਾਸਲ ਘਰ ਵਿੱਚ ਵੀ ਹੋ ਜਾਂਦੀ ਹੈ ਤੇ ਪੰਜਾਬੀ ਦੇ ਪੀਰੀਅਡ ਵਿੱਚ ਵੀ ਪੰਜਾਬੀ ਅਸੀਂ KG ਕਲਾਸ ਤੋਂ ਲੈ ਕੇ +2 ਤੱਕ ਪੜ੍ਹਾਉਂਦੇ ਹਾਂ। ਐਜ਼ ਏ ਸਬਜੈਕਟ ਪੜ੍ਹ ਕੇ ਵੀ ਉਹ ਪੰਜਾਬੀ ਸਿੱਖ ਲੈਂਦੇ ਨੇ ਤੇ ਪੰਜਾਬੀ ਦੇ ਪੀਰੀਅਡ ਵਿੱਚ ਬੱਚੇ ਪੰਜਾਬੀ ਹੀ ਬੋਲਦੇ ਹਨ। ਜਿੱਥੋਂ ਤੱਕ ਸਪੀਕਿੰਗ ਇੰਗਲਿਸ਼ ਲਈ ਮੋਟੀਵੇਟ ਕਰਨ ਦਾ ਸਵਾਲ ਹੈ, ਡਿਊ ਟੂ ਗਲੋਬਲਾਈਜੇਸ਼ਨ the students they move from they don't spend their whole life in India. Many of them migrate to other foreign countries ਤੇ ਉਹਨਾਂ ਨੂੰ ਉੱਥੇ ਜਾ ਕੇ ਕਿਸੇ ਤਰ੍ਹਾਂ ਦੀ ਲੈਂਗੁਏਜ ਦੀ ਐਟਲੀਸਟ ਕਮਿਊਨੀਕੇਸ਼ਨ ਦੀ ਪ੍ਰੋਬਲਮ ਨਾ ਆਵੇ, ਇਸ ਲਈ ਬੱਚਿਆਂ ਨੂੰ ਇਸ ਯੋਗ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਂਦੀ ਹੈ ਕਿ ਬੱਚੇ ਅੱਛਾ ਇੰਗਲਿਸ਼ ਦੇ ਵਿੱਚ ਇੰਟਰੈਕਟ ਕਰ ਸਕਣ, ਕਮਿਊਨੀਕੇਟ ਕਰ ਸਕਣ ਤਾਂ ਕਿ ਉਹਨਾਂ ਨੂੰ ਕਿਸੇ ਵੀ ਜਦੋਂ ਹੋਰ ਕੰਟਰੀ ਦੇ ਵਿੱਚ ਜਾਣਾ ਪਵੇ, ਟਰੈਵਲ ਕਰਨਾ ਪਵੇ ਜਾਂ ਆਪਣੀ ਲਾਈਫ ਉੱਥੇ ਉਹਨਾਂ ਨੂੰ ਸਪੈਂਡ ਕਰਨੀ ਪਵੇ ਤਾਂ ਉਹਨਾਂ ਨੂੰ ਕਮਿਊਨੀਕੇਸ਼ਨ ਦੀ ਕੋਈ ਪ੍ਰੋਬਲਮ ਹੈ ਜਿਹੜੀ ਉਹ ਨਾ ਆਵੇ। ਵੈਸੇ ਇੰਨਾ ਫਿਕਰ ਤੇ ਆਪਣੇ ਬੱਚਿਆਂ ਵਾਸਤੇ ਇੱਕ ਮਾਂ ਪਿਓ ਹੀ ਕਰ ਸਕਦੇ ਨੇ ਕਿ ਮੇਰੇ ਬੱਚੇ ਨੂੰ ਇੰਗਲਿਸ਼ ਵੀ ਆਵੇ, ਮੇਰੇ ਬੱਚੇ ਨੂੰ ਪੰਜਾਬੀ ਵੀ ਆਵੇ, ਬਟ ਇਹ ਸਾਡੇ ਕਲਗੀਧਰ ਟਰਸਟ ਬਾਬਾ ਜੀ ਬੱਚੇ ਨੂੰ ਮਾਂ ਪਿਓ ਤੋਂ ਵੱਧ ਕੇ ਇੱਕ ਗੱਲ ਨੂੰ ਸੋਚ ਕੇ ਸਮਝ ਕੇ ਜਿਹੜੀਆਂ ਵੀ ਪਾਲਿਸੀਜ਼ ਬਣ ਰਹੀਆਂ ਨੇ ਜਾਂ ਕਿ ਬੱਚੇ ਨੂੰ ਕੋਈ ਵੀ ਪ੍ਰੋਬਲਮ ਨਾ ਆਵੇ, ਬੱਚੇ ਨੂੰ ਕੋਈ ਚੈਲੰਜਸ ਨਾ ਫੇਸ ਕਰਨੇ ਪੈਣ, ਬੱਚਾ ਕਿਧਰੇ ਦੁਨੀਆ ਵਿੱਚ ਜਾਵੇ ਤੇ ਉੱਥੇ ਰਾਜ ਕਰੇ ਤੇ ਬੱਚੇ ਨੂੰ ਕੁਝ ਵੀ ਦਿੱਕਤਾਂ ਨਾ ਆਉਣ ਤੇ ਬੱਚਾ ਟੌਪਰ ਹੋਵੇ। ਈਦਰ ਉਹ ਪ੍ਰੋਫੈਸ਼ਨਲ ਵਰਡ ਹੈ, ਈਦਰ ਉਹ ਕੋਈ ਬਿਜ਼ਨਸਮੈਨ ਹੈ, ਈਦਰ ਉਹ ਕੁਝ ਵੀ ਲਾਈਕ ਕਿਸੇ ਵੀ ਫੀਲਡ ਦੇ ਵਿੱਚ ਹੈਗਾ ਵੇ। ਸਾਧ ਸੰਗਤ ਜੀ, ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਅੱਜ ਮੈਂ ਅਕਾਲ ਅਕੈਡਮੀ ਰੀਠ ਖੇੜੀ ਦੇ ਵਿੱਚ ਆਈ ਹੋਈ ਹਾਂ। ਪਹਿਲੇ ਆਪ ਜੀ ਨੂੰ ਹੋਰ ਕਾਫੀ ਸਾਰੇ ਬੱਚਿਆਂ ਨਾਲ ਗੱਲਬਾਤ ਕਰਵਾਈ, ਉਵੇਂ ਇੱਕ ਬੱਚੀ ਹੋਰ ਮੇਰੇ ਨਾਲ ਖੜੀ ਹੋਈ ਹੈ ਜਿਹੜੀ ਕਿ ਆਪਾਂ ਉਹਦੇ ਨਾਲ ਹੁਣ ਗੱਲਬਾਤ ਕਰਾਂਗੇ। ਉਹਦਾ ਜਿਹੜਾ ਤਜਰਬਾ ਹੈਗਾ, ਉਹਦਾ ਐਕਸਪੀਰੀਅੰਸ ਹੈਗਾ ਵੇ ਅਕਾਲ ਅਕੈਡਮੀ ਰੀਠ ਖੇੜੀ ਦੇ ਨਾਲ, ਉਹ ਸ਼ੇਅਰ ਕਰਾਂਗੇ। ਆਪਾਂ ਨੂੰ ਕੁਛ ਨਹੀਂ ਵਕਤ ਦਾ ਪਤਾ ਕਿ ਜਿਵੇਂ ਕਿ
ਪਿਛਲੇ 4 ਸਾਲ ਤੋਂ ਅਕਾਲ ਅਕੈਡਮੀ ਦੇ ਜਿਹੜੇ ਬੱਚੇ ਨੇ 12th ਦੇ 10th ਦੇ ਬੜੀ ਸੁਰਖੀਆਂ ਦੇ ਵਿੱਚ ਆ ਰਹੇ ਟੌਪਰਸ, ਜਿਨ੍ਹਾਂ ਦੇ ਰਿਜ਼ਲਟਸ 97% 99% ਤੱਕ ਗਏ, ਪੂਰੇ ਡਿਸਟ੍ਰਿਕਟ ਲੈਵਲ ਤੇ ਤਿੰਨੋਂ ਪੋਜੀਸ਼ਨਸ ਜਿਹੜੀਆਂ ਰੀਠ ਖੇੜੀ ਅਕੈਡਮੀ ਦੇ ਬੱਚਿਆਂ ਨੇ ਲਈ। ਹੋਪਫੁਲੀ ਅਰਦਾਸ ਕਰਦੇ ਹਾਂ ਕਿ ਪਤਾ ਇਹ ਬੱਚੀ ਵੀ ਇੱਕ ਟਾਈਮ ਤੇ ਇਸ ਤਰ੍ਹਾਂ ਦੀਆਂ ਸੁਰਖੀਆਂ ਦੇ ਵਿੱਚ ਹੋਵੇ ਤੇ ਸਾਡੇ USA ਦੇ ਮੁਲਕਾਂ ਦੇ ਵਿੱਚ ਆ ਕੇ ਵੱਡੇ ਅਹੁਦਿਆਂ ਦੇ ਉੱਤੇ ਵਿਚਰ ਰਹੀ ਹੋਵੇ। ਆਓ ਆਪਾਂ ਉਹਨਾਂ ਨਾਲ ਗੱਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਕੀ ਨਾਮ ਹੈ ਬੇਟਾ? ਮੇਰਾ ਨਾਮ ਵਰਲਾਜ ਕੌਰ ਹੈ ਤੇ ਮੈਂ ਪਿੰਡ ਪਟੇੜੀ ਦੀ ਵਾਸੀ ਹਾਂ ਤੇ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਇੰਦਰਜੀਤ ਸਿੰਘ ਹੈ ਤੇ ਮਾਤਾ ਜੀ ਦਾ ਨਾਮ ਕੁਲਦੀਪ ਕੌਰ। ਤੇ ਤੁਸੀਂ ਕਿਸ ਤਰ੍ਹਾਂ ਅਕਾਲ ਅਕੈਡਮੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਆਪਣੇ ਸਕੂਲ ਬਾਰੇ? ਆਮ ਤੌਰ ਤੇ ਹੀ ਕਿਹਾ ਜਾਂਦਾ ਹੈ ਕਿ ਸਿਰਫ ਸ਼ਹਿਰਾਂ ਵਾਲੇ ਬੱਚੇ ਵਧੀਆ ਪੜ੍ਹ ਸਕਦੇ ਨੇ ਤੇ ਜਿਹੜੇ ਪਿੰਡਾਂ ਵਾਲੇ ਨੇ ਉਹ ਪਿੱਛੇ ਰਹਿ ਜਾਂਦੇ ਨੇ ਤੇ ਇਸ ਜਿਹੜੀਆਂ ਅਕੈਡਮੀਆਂ ਖੁੱਲ੍ਹੀਆਂ ਨੇ ਇਹਨਾਂ ਨੇ ਸਭ ਚੀਜ਼ ਨੂੰ ਗਲਤ ਪ੍ਰੂਫ ਕਰਤਾ। ਜਿਵੇਂ ਕਿ ਆਪਾਂ ਪਿਛਲੇ ਕਈ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਕਿ ਆਪਣੇ ਜਿਹੜੇ ਪਿੰਡਾਂ ਦੇ ਬੱਚੇ ਨੇ ਉਹ ਬਹੁਤ ਜ਼ਿਆਦਾ ਵਧੀਆ ਨੰਬਰ ਲੈ ਕੇ ਪੂਰੇ ਡਿਸਟ੍ਰਿਕਟ 'ਚੋਂ ਟੌਪ ਕਰਦੇ ਨੇ। ਤਾਂ ਇਹੀ ਗੱਲ ਸੋਚ ਕੇ ਇੱਕ ਇੱਥੇ ਇਹਨਾਂ ਦੀ ਡਰੈਸ, ਮੈਨੂੰ ਇਹ ਡਰੈਸ ਬਹੁਤ ਪਸੰਦ ਹੈ ਤੇ ਇਹੀ ਦੇਖ ਕੇ ਮੈਂ ਇਸ ਸਕੂਲ ਵਿੱਚ ਦਾਖਲਾ ਲਿੱਤਾ। ਸੋ ਤੁਸੀਂ ਬੇਟਾ ਅੰਮ੍ਰਿਤ ਵੀ ਛਕਿਆ ਹੋਇਆ ਵੇ? ਹਾਂਜੀ ਹਾਂ, ਅੰਮ੍ਰਿਤ ਛਕਿਆ। ਇੱਥੇ ਰੋਜ਼ ਸਵੇਰੇ ਸਾਨੂੰ ਬਾਣੀ ਪੜ੍ਹਾਈ ਜਾਂਦੀ ਆ, ਰੋਟੀ ਖਾਣ ਤੋਂ ਪਹਿਲਾਂ ਦੀ ਅਰਦਾਸ ਤੇ ਬਾਅਦ ਦੀ ਅਰਦਾਸ ਤੇ ਜਾਂਦੇ ਹੋਏ ਵੀ ਅਰਦਾਸ ਕੀਤੀ ਜਾਂਦੀ ਆ, ਆਉਂਦੇ ਹੋਏ ਵੀ ਤੇ ਜਾਣ ਵੇਲੇ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਕੀ ਨਾਮ ਹੈ ਬੇਟਾ? ਮੇਰਾ ਨਾਮ ਅਨਮੋਲਪ੍ਰੀਤ ਕੌਰ ਹੈ। ਸੋ ਤੁਸੀਂ ਕਿਹੜੀ ਕਲਾਸ ਦੇ ਵਿੱਚ ਹੈਗੇ ਹੋ? ਮੈਂ +2 ਸਾਇੰਸ ਦੇ ਵਿੱਚ ਹਾਂ, ਨਾਨ ਮੈਡੀਕਲ ਸਟਰੀਮ। ਸੋ ਓਕੇ, ਸੋ ਤੁਸੀਂ ਫਾਈਨਲ ਈਅਰ ਤੁਹਾਡਾ ਸਕੂਲ ਦੇ ਵਿੱਚ ਹੈਗਾ। ਤੁਸੀਂ ਇਸ ਸਕੂਲ ਦੇ ਵਿੱਚ ਆਏ ਕਦੋਂ ਸੀਗੇ? ਮੈਂ LKG ਦੇ ਵਿੱਚ ਆਈ ਸੀ, ਮੈਨੂੰ 13 ਇਅਰਸ ਹੋ ਗਏ ਨੇ ਤੇ 14 ਇਅਰਸ ਹੋਣ ਵਾਲੇ ਹੀ ਨੇ। ਹੋਣ ਵਾਲੇ ਨੇ। ਹਾਂਜੀ। ਪੂਰੀ ਪੜ੍ਹਾਈ ਜਿਹੜੀ ਤੁਹਾਡੀ ਇੱਧਰੋਂ ਖਤਮ ਹੋਈ ਹੈਗੀ ਹੈ। ਸੋ ਫਾਈਨਲ ਈਅਰ ਹੈ ਤੇ ਤੁਸੀਂ ਕੀ ਸੰਗਤਾਂ ਨਾਲ ਸ਼ੇਅਰ ਕਰਨਾ ਚਾਹੋਗੇ? ਇਹ ਜਿਹੜਾ ਅਸੀਂ ਵੀਡੀਓ ਬਣਾ ਰਹੇ ਹਾਂ ਅਸੀਂ ਸਪੈਸ਼ਲੀ USA ਦੀ ਸੰਗਤਾਂ ਵਾਸਤੇ, ਹੈ ਨਾ, ਜਿਹੜੀਆਂ ਬਾਹਰ ਵਸਦੀਆਂ ਸੰਗਤਾਂ, ਇੱਧਰ UK ਹੈਗਾ, ਆਸਟ੍ਰੇਲੀਆ ਹੈਗਾ, ਕਿਉਂਕਿ ਉਹ ਆਪਣਾ ਦਾਨ ਦਿੰਦੇ ਨੇ ਸਾਨੂੰ ਤੇ ਉਹਨਾਂ ਨੂੰ ਹਮੇਸ਼ਾ ਇੱਕ ਆਸ ਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਅਪਡੇਟਸ ਭੇਜੀਏ, ਉਹਨਾਂ ਨੂੰ ਅਸੀਂ ਆਪਣੇ ਅਚੀਵਰਸ ਦੀ ਨਾਲ ਉਹਨਾਂ ਨੂੰ ਰੂਬਰੂ ਕਰਾਈਏ ਤੇ ਉਹ ਹੱਕ ਵੀ ਰੱਖਦੇ ਨੇ, ਉਹਨਾਂ ਦਾ ਹੱਕ ਬਣਦਾ ਵੀ ਹੈ ਕਿ ਅਸੀਂ ਜਿਹੜਾ ਮਾਇਆ ਦੇ ਰਹੇ ਹਾਂ ਸਾਡੀ ਸਹੀ ਪਾਸੇ ਲੱਗ ਵੀ ਰਹੀ ਹੈ ਕਿ ਨਹੀਂ ਲੱਗ ਰਹੀ ਹੈ। ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਸੀਂ ਮੈਨੂੰ ਤੁਹਾਡਾ ਕੀ ਅਕੈਡਮਿਕਲੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਆਪਣੀ ਅਕਾਲ ਅਕੈਡਮੀ ਰੀਠ ਖੇੜੀ ਦੇ ਨਾਲ? ਦੇਖੋ, ਮੈਂ ਤਾਂ ਇਸ ਦੱਸਣ ਲੱਗੇ ਮੈਂ ਸਪੀਚਲੈਸ ਹਾਂ ਕਿਵੇਂ ਦਾ ਐਕਸਪੀਰੀਅੰਸ ਹੋਇਆ। ਬਹੁਤ ਜ਼ਿਆਦਾ ਮੈਨੂੰ ਇਸ ਸਕੂਲ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਜੋ ਮੈਂ ਬਿਆਨ ਵੀ ਨਹੀਂ ਕਰ ਸਕਦੀ ਹੈਗੀ। ਮੈਨੂੰ ਇੰਨਾ ਪਤਾ ਕਿ ਮੈਂ ਜ਼ਿੰਦਗੀ 'ਚ ਕੁਝ ਕਰਾਂ ਨਾ ਕਰਾਂ, ਕੁਝ ਬਣਾ ਨਾ ਬਣਾ, ਪਰ ਇਸ ਸਕੂਲ ਨੇ ਮੈਨੂੰ ਚੰਗਾ ਇਨਸਾਨ ਪਹਿਲਾਂ ਹੀ ਬਣਾ ਦਿੱਤਾ ਹੈ। ਤੇ ਜਿਵੇਂ ਕਿ ਮੇਰੇ 10th ਵਿੱਚ 96% ਆਏ ਸੀ ਤੇ ਮੈਨੂੰ ਇਸ ਚੀਜ਼ ਦੀ ਬਿਲਕੁਲ ਉਮੀਦ ਨਹੀਂ ਸੀ, ਕਿਉਂਕਿ ਬਸ ਮੈਨੂੰ ਇੰਨਾ ਪਤਾ ਸੀ ਕਿ ਮੈਂ ਆਪਣੇ ਟੀਚਰਸ 'ਤੇ ਵਿਸ਼ਵਾਸ ਰੱਖਣਾ ਹੈ, ਉਹੀ ਮੈਨੂੰ ਅੱਗੇ ਲੈ ਕੇ ਜਾਣਗੇ। ਤੇ ਉਸ ਅਕਾਲ ਪੁਰਖ ਦੀ ਮੇਰ ਸਦਕਾ ਟੀਚਰ ਦੇ ਜਿਹੜੇ ਉਹਨਾਂ ਨੇ ਮਿਹਨਤ ਕਰਾਈ, ਉਸ ਸਦਕਾ ਹੀ ਮੇਰੇ ਨੰਬਰ ਆਏ ਨੇ। ਤੇ ਪਿਛਲੇ ਬੈਚ ਵਿੱਚੋਂ ਵੀ ਸਾਡੇ 24 ਸਟੂਡੈਂਟਸ ਨੇ ਜੀ 90+ ਆਏ ਨੇ ਤੇ ਡਿਸਟ੍ਰਿਕਟ ਟੌਪਰ 3rd ਟੌਪਰ ਸਾਡੇ ਸਕੂਲ 'ਚ ਹੀ ਗਿਆ, ਈਵਨ ਸਟੇਟ ਟੌਪਰ ਪੰਜਾਬ ਦਾ ਸਾਡੇ ਸਕੂਲ 'ਚ ਹੋ ਗਿਆ। ਤੇ ਮੈਂ ਤੁਸੀਂ ਇੱਥੋਂ ਹੀ ਰਿਜ਼ਲਟ ਬੋਲ ਰਿਹਾ, ਸਾਨੂੰ ਬੋਲਣ ਦੀ ਲੋੜ ਹੀ ਨਹੀਂ ਹੈਗੀ ਕਿ ਕਿੰਨਾ ਵਧੀਆ ਸਕੂਲ ਹੈ। ਤੇ ਮੈਂ ਸੋਚਿਆ ਹੋਇਆ ਕਿ ਜਦੋਂ ਮੈਂ ਕੁਝ ਬਣਾਂਗੀ ਤਾਂ ਸਭ ਤੋਂ ਪਹਿਲਾਂ ਮੈਂ ਆਪਣੇ ਸਕੂਲ ਦੀ ਪਬਲਿਸਿਟੀ ਉਹ ਕਰਨੀ ਹੈ ਵੀ ਜੇ ਬੱਚਾ ਵਧੀਆ ਬਣਾਉਣਾ ਵੇ, ਨਾ ਇਕੱਲੇ ਐਜੂਕੇਸ਼ਨ ਦੇ ਮੈਟਰਸ 'ਚ, ਐਜ਼ ਅ ਸਪਿਰਿਚੁਅਲ ਵੀ ਤੇ ਐਜ਼ ਅ ਚੰਗੇ ਇਨਸਾਨ ਦੇ ਗੁਣ ਵੀ, ਜਿਵੇਂ ਚੰਗਿਆਈ, ਮਿਠਾਸ, ਸਭ ਕੁਝ ਸਾਡੇ ਸਕੂਲ ਨੇ ਸਾਨੂੰ ਭਰਿਆ। ਤਾਂ ਮੈਂ ਸੱਚੀ ਬਿਆਨ ਨਹੀਂ ਕਰ ਸਕਦੀ ਕਿ ਮੈਨੂੰ ਇਸ ਸਕੂਲ ਨੇ ਕੀ ਦਿੱਤਾ ਹੈ ਤੇ ਬਹੁਤ ਵਧੀਆ ਸਕੂਲ ਹੈ। ਬਾਬਾ ਇਕਬਾਲ ਸਿੰਘ ਜੀ ਹਮੇਸ਼ਾ ਕਹਿੰਦੇ ਸੀ ਲੈਟਸ ਦ ਵਰਕ ਸਪੀਕ, ਤੇ ਵਾਕਈ ਕੰਮ ਬੋਲਦਾ। ਉਹ ਸੇਮ ਐਗਜ਼ੈਕਟ ਵਰਡ ਉਸ ਬੱਚੀ ਨੇ ਕਹੇ ਨੇ ਜੋ ਬਾਬਾ ਜੀ ਕਹਿੰਦੇ ਸੀ ਲੈਟਸ ਦ ਵਰਕ ਸਪੀਕ, ਕਿ ਕੰਮ ਬੋਲਦਾ ਹੈਗਾ ਵੇ ਤੇ ਉਹ ਕੰਮ ਬੋਲ ਵੀ ਰਿਹਾ ਹੈਗਾ ਤੇ ਉਹ ਕੰਮ ਅੱਗੇ ਵੀ ਬੋਲੇਗਾ। ਜਿਵੇਂ ਆਪ ਜੀ ਨੂੰ ਦੱਸਿਆ ਕਿ ਅਸੀਂ ਰੀਠ ਖੇੜੀ ਅਕੈਡਮੀ 'ਚ ਆਏ ਸੀ ਤੇ ਇੱਕ ਮੈਂ ਹੋਰ ਬੜਾ ਸਰਪ੍ਰਾਈਜ਼ ਦੇਖਿਆ। ਉਹ ਇਹ ਸੀਗਾ ਕਿ ਹੈਲਗਾ ਟੋਡ ਫਾਊਂਡੇਸ਼ਨ ਇੱਕ ਜਿਹੜੀ UK ਬੇਸਡ ਹੈਗੀ ਹੈ, ਉੱਥੋਂ ਕੁਝ ਜਿਹੜੇ ਕਿ UK ਦੇ ਜਿਹੜੇ ਲੋਕ 4
ਲਾਈਕ ਬੰਦੇ ਜਿਹੜੇ ਕਿ ਆਪਣੀ ਅਕੈਡਮੀ ਦੇ ਵਿੱਚ ਆਏ ਹੋਏ ਨੇ ਦੇ ਜਸਟ ਫਿਨਿਸ਼ਡ देयर ਟੀਚਿੰਗ ਲਾਈਕ ਆਪਣੀ ਜਿਹੜੋਂ ਦੀ ਟੀਚਿੰਗ ਦੀ ਪੜ੍ਹਾਈ ਹੈਗੀ ਹੈ ਅਤੇ ਉਹ ਇੱਥੇ ਆਏ ਨੇ ਕਿ ਉਹ ਆਪਣਾ ਐਕਸਪੀਰੀਅੰਸ ਇੱਥੇ ਦੇ ਟੀਚਰਸ ਨਾਲ ਸ਼ੇਅਰ ਕੀਤਾ ਉਹਨਾਂ ਨੇ ਅੱਜ ਅਤੇ ਉਹਨਾਂ ਨੇ ਇੱਥੋਂ ਦੇ ਟੀਚਰਸ ਦੀਆਂ ਜਿਹੜੀਆਂ ਟੀਚਿੰਗਸ ਨੇ ਉਹ ਸਿੱਖਣ ਆਏ ਨੇ ਸੋ ਉਹ ਉਹਨਾਂ ਨੂੰ ਸਿਖਾਉਣਗੇ ਅਤੇ ਉਹ ਉਹਨਾਂ ਨੂੰ ਸਿਖਾਉਣਗੇ ਸੋ ਸਾਡੇ ਬੇਸਿਕਲੀ ਜਿਹੜੀ ਸਾਡੀਆਂ ਅਕੈਡਮੀਜ਼ ਦੀਆਂ ਟੀਚਰਸ ਦੇ ਨਾਲ ਅੱਜ ਇਹਨਾਂ ਨੇ ਇੰਟਰੈਕਟ ਕੀਤਾ ਹੈਗਾ ਵੇ ਅਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਕਿ ਤੁਸੀਂ ਅਕੈਡਮੀ ਦੇ ਵਿੱਚ ਆਏ ਅਤੇ ਤੁਹਾਡਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਆਪਣੀ ਰੀਡ ਖੇੜੀ ਅਕੈਡਮੀ ਦੀ ਟੀਚਰਸ ਦੇ ਨਾਲ I'm Jenny. Jenny. So, what did you feel when you came here and you just spent one day with the teachers of Reed Khedi? So, what did you feel? What is your experience? Well, I felt really welcomed. We got a great welcome this morning. Everybody was really friendly, really welcome into the class. So I felt at home straight away. So, can I have your name, sir? My name is Andy. Hi, Andy. So, first of all, yeah, we welcome you that you came here. Thank and you. told us that this is your first day here, right? And did you learn from them or did they learn from you? Well, I have started by watching the teachers here and seeing how they interact with their children, and I've learned a little bit from their methodology. And then I also have had the opportunity to speak and work with the children on a one-to-one basis, but also to talk to the whole classes and to see whether I need to change my language a little bit to make myself easier to understand and to begin to let them get used to how I speak. Most significant impression I have today is of the very strong learning culture in the school, and that the children really try hard and really do want to learn, which is a wonderful thing. Thank you so much, Andy, for taking your time. Yes, I know I can see that you're tired now. You need some break. Hello, ma'am. Hello. How are you? Yes, fine, thank you. And can I have your name, ma'am? Yeah, my name is Sophia. Hi, Sophia. Can you tell me your experience? This is the first day. I know that for you. So it's similar to the other two. I've been struck by the very welcoming atmosphere here. I think everyone has been very extremely friendly and again, as Andy said, the learning culture here. Yes. All the students are extremely enthusiastic about answering questions in class. They're very welcoming as well. They say hello, and so I felt very welcomed here, and I found it very interesting to observe lessons on the first day. Definitely kids came to you see, oh my God, somebody's came here. So that is a new experience for them also. Yeah, so yeah. Can I have your name? Yes, Alice. So how many days you are going to stay here? We're going to stay for 5 weeks, in the school, and learn from the teachers here, and to hopefully to share some of our methodology from our training as well. Very nice, for 5 weeks. So definitely, you will enjoy here and learn a lot of things, and you will definitely going to teach a lot of things to the teachers here also, so they can learn more, and if they learn good things from you, different. So okay, thank you very much. Thank you very much, ma'am. Thank you, Andy. So ਸਾਧ ਸੰਗਤ ਜੀ, ਆਪ ਜੀ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਉਪਰਾਲੇ ਜਿਹੜੇ ਕਿ ਕਲਗੀਧਰ ਟਰਸਟ ਵੱਲੋਂ ਕੀਤੇ ਜਾ ਰਹੇ ਨੇ ਕਿ ਮਾਡਰਨ ਐਜੂਕੇਸ਼ਨ ਨੂੰ ਵੀ ਆਪਣੀ ਟੀਚਰਸ ਨੂੰ ਹੋਰ ਟ੍ਰੇਨ ਕਰਨਾ ਚਾਹੁੰਦੇ ਨੇ ਸੋ ਬਾਹਰੋਂ ਆਏ ਨੇ ਜਿਹੜੇ ਕਿ ਯੂਕੇ ਤੋਂ ਗੋਰੇ ਉਹ ਆ ਕੇ ਆਪਣੀਆਂ ਟੀਚਰਸ ਕੋਲੋਂ ਉਹਨਾਂ ਦਾ ਐਜੂਕੇਸ਼ਨ ਸਿਸਟਮ ਜਿਹੜਾ ਹੈ ਕਿ ਸਮਝਣਾ ਚਾਹੁੰਦੇ ਨੇ ਅਤੇ ਆਪ ਵੀ ਉਹਨਾਂ ਨੂੰ ਸਮਝਾਉਣਾ ਚਾਹੁੰਦੇ ਨੇ ਸੋ 5 ਵੀਕ ਵਾਸਤੇ ਇਹਨਾਂ ਨੇ ਇੱਥੇ ਰਹਿਣਾ ਇਹਨਾਂ ਨੇ ਆਪਣਾ ਜਿਹੜਾ ਐਕਸਪੀਰੀਅੰਸ ਆਪਣੀਆਂ ਟ੍ਰੇਨਿੰਗਸ ਜਿਹੜੀ ਕਿ ਟੀਚਿੰਗ ਮੈਥਡੋਲੋਜੀ ਦੇ ਬਾਹਰ ਕਰਕੇ ਇਹਨਾਂ ਨੇ ਇੱਥੇ ਰਹਿਣਾ ਹੈਗਾ ਵੇ ਸੋ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਕਿ ਕਿ ਹੈਡਸ ਆਫ ਟੂ ਦਾ ਕਲਗੀਧਰ ਟਰਸਟ ਕਿ ਅਸੀਂ ਤਾਂ ਗੱਲਾਂ ਕਰਦੇ ਰਹਿ ਗਏ ਅਤੇ ਕੰਮ ਉਹ ਕਰਦੇ ਰਹਿ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ